कहानी नसीर साहब थोड़ा शांति जी बहुत शुक्रिया। कहानी का सरनामा है कलबूत। कलबूत कोटेशन स्टार्ट। चीख एडी लम्मी ते जान कढ़ लैन वाली चीख ते बोर्ड थले बैठे मोची दी यार गुस्से दे अंदर ही सुन्न हो गई। कंध नाल लमकदे शीशे साਵੇਂ नाई ਦੀਆਂ ਉਂਗਲਾਂ ਤੇ ਕੈਂਚੀ ਨਾਲ ਚੱਲਦੀ ਹੋਈ ਕੰਘੀ ਜਿਵੇਂ ਗਾਹਕ ਦੀ ਕੁੱਤੀ ਨਾਲ ਹੀ ਚੰਬੜ ਗਈ ਹੋਵੇ। ਛੁਰੀਆਂ ਲਾਂਦੀ ਹੋਈ ਸਾਹ ਨੂੰ ਵੀ ਝੱਟ ਕੁਲੀ ਸਕੂਨ ਆ ਗਿਆ। ਧੌਣਾ ਚੀਕ ਵੱਲ ਮੁੜੀਆਂ ਤੇ ਬਰਫ਼ ਹੋ ਗਈਆਂ। ਅੱਖਾਂ ਫਿਰੀਆਂ ਤੇ ਪੱਥਰ ਹੋ ਗਈਆਂ, ਪਰ ਚੀਕ ਦੀ ਤਾਨ ਨਾ ਟੁੱਟੀ। ਇੱਕੋ ਚੀਕ ਨੇ ਬਾਜ਼ਾਰ ਦਾ ਸਾਹ ਪੀ ਲਿਆ ਸੀ। ਅਖੀਰ ਕੰਠ ਦੀਆਂ ਨਾੜਾਂ ਤੋਂ ਹੁੰਦੀ ਹੋਈ ਚੀਕ ਪੂਰੇ ਵਜੂਦ ਤੇ ਭਾਰੀ ਹੋ ਗਈ। ਜੁੱਸਾ ਸੰਗ ਦੇ ਭਾਰ ਨਾਲ ਲਿਫਦਾ ਅਖੀਰ ਡਿੱਗ ਪਿਆ। ਹੁਣ ਉਹ ਭਾਂਡਿਆਂ ਵਾਲੇ ਛਾਬੇ ਨਾਲ ਢੋਲ ਲਾਈ ਬੈਠਾ ਸੀ। ਰੌਣਕ ਦੇ ਤੇ ਜਿਵੇਂ ਲੂੰ ਕੰਡੇ ਖਲੋ ਗਏ ਸਨ। ਇਸ ਤੋਂ ਪਹਿਲੇ ਕਿ ਬਾਜ਼ਾਰ ਦੀਆਂ ਰਗਾਂ ਵਿੱਚ ਜੰਮਿਆ ਖੂਨ ਫੇਰ ਟੋਰਾ ਫੜਦਾ, ਉਹ ਝੱਟ ਕੁ ਸਾਹ ਲੈਣ ਮਗਰੋਂ ਇੱਕ ਵਾਰੀ ਫੇਰ ਉੱਠ ਖਲੋਤਾ। ਲੋਕੀ ਡਰ ਗਏ ਕਿ ਖਰੇ ਫੇਰ ਚੀਕ ਮਾਰੇਗਾ, ਪਰ ਐਤਕੀ ਉਹਨੇ ਪੂਰਾ ਸੰਗ ਪਾੜ ਕੇ ਆਖਿਆ, ਪਿੰਡ ਵਾਲਿਓ ਕੰਨ ਖੋਲ ਕੇ ਸੁਣ ਲਵੋ, ਜੇ ਇਸ ਵਾਰੀ ਵੀ ਮੇਰੇ ਲਾਟੂ ਦੀ ਚਿੱਠੀ ਨਾ ਆਈ ਤੇ ਇਹਦਾ ਬਦਲਾ ਮੈਂ ਪੂਰੇ ਪਿੰਡ ਕੋਲੋਂ ਲਵਾਂਗਾ। ਉਹ ਕੋਈ ਗੱਲ ਨਹੀਂ ਦੁੱਲਿਆ, ਆ ਜਾਏਗੀ ਚਿੱਠੀ ਵੀ। 100 ਕੰਮ ਹੁੰਦੇ ਨੇ ਸ਼ਹਿਰੀਆਂ ਨੂੰ। ਬੋਰਡ ਥੱਲੇ ਬੈਠੇ ਮੋਚੀ ਨੇ ਪੈਰ ਦੇ ਅੰਗੂਠੇ ਨਾਲ ਤੰਦ ਫਸਾ ਕੇ ਸੂਤਰ ਤੇ ਮੋਮ ਦੀ ਡਲੀ ਰਗੜਦਿਆਂ ਹੋਇਆ ਤਸੱਲੀ ਦਿੱਤੀ। ਜਵਾਬ ਵਿੱਚ ਦੁੱਲੇ ਘੁਮਿਆਰ ਨੇ ਸਿਰਫ ਕਰਕਦੇ ਹੋਏ ਗਲੇ ਨਾਲ ਲਾਲ ਥੁੱਕ ਸੁੱਟੀ। ਵਜੂਦ ਨਾਲੋਂ ਵੱਧ ਕੇ ਚੀਕ ਮਾਰਨ ਨਾਲ ਸ਼ਾਇਦ ਉਹਦੇ ਗਲੇ 'ਚੋਂ ਖੂਨ ਆਉਣ ਲੱਗ ਪਿਆ ਸੀ। ਫਿਰ ਮੁੱਦਤਾਂ ਤੋਂ ਸ਼ਹਿਰ ਗਏ ਪੁੱਤਰ ਦੀ ਜਦੋਂ ਚਿੱਠੀ ਨਾ ਆਈ ਤੇ ਉਹਨੇ ਪਿੰਡ ਵਾਲਿਆਂ ਤੋਂ ਬਦਲਾ ਲੈਣ ਲਈ ਤਿਆਰੀ ਫੜ ਲਈ। ਅਗਲੇ ਦਿਨ ਉਹਨੇ ਪੂਰੀ ਕਲਾ ਨਾਲ ਚਾਕ ਤੇ ਭਾਂਡੇ ਘੜੇ। ਉਹਦੇ ਘਰ ਵਾਲੀ ਨੇ ਆਵਾ ਜੋੜਿਆ, ਭਾਂਡੇ ਪੱਕ ਕੇ ਤਿਆਰ ਹੋ ਗਏ। ਫਿਰ ਉਹਨੇ ਕੱਲੇ ਭਾਂਡੇ ਨੂੰ ਤੋੜਿਆ। ਝੱਟ ਕੋ ਮਗਰੋਂ ਸਾਰੇ ਭਾਂਡੇ ਠੀਕਰਾਂ ਵਿੱਚ ਬਦਲ ਗਏ। ਭਾਂਡਿਆਂ ਦੀ ਤਿਆਰੀ ਦਾ ਇਹ ਅਖੀਰੀ ਮਰਹਲਾ ਉਹਦੇ ਬਦਲੇ ਦੀ ਸ਼ੁਰੂਆਤ ਸੀ। ਅਖੀਰ ਉਹਨੇ ਸਾਰੇ ਟੁੱਟੇ ਹੋਏ ਭਾਂਡੇ ਆਪਣੇ ਛਾਬੇ ਵਿੱਚ ਭਰੇ ਤੇ ਆਵਾਜ਼ ਲਾਉਂਦਿਆਂ ਘਰੋਂ ਬਾਹਰ ਨਿਕਲ ਗਿਆ। ਠੀਕਰਾ ਲੈ ਲਓ ਠੀਕਰਾ, ਨਵੀਂ ਤੇ ਕੋਰੀ ਝੱਜਰ ਦੇ ਬਿੱਬਰ, ਟੁੱਟੀਆਂ ਹੋਈਆਂ ਸਰਾਹੀਆਂ ਦੀਆਂ ਗਰਦਨਾਂ, ਲੱਤਾਂ ਤੇ ਸਿਰ ਤੋਂ ਬਗੈਰ ਘੁੱਗੂ ਕੋੜੇ ਲੈ ਲਓ। ਤੇ ਫਿਰ ਉਹਦੀ ਆਵਾਜ਼ ਭਾਰੀ ਹੋ ਗਈ, ਠੀਕਰਾ ਲੈ ਲਓ, ਪੈਸੇ ਜੋੜਨ ਵਾਲੇ ਗਲੇ ਦੀਆਂ ਨੁਕੀਲੀਆਂ ਠੀਕਰਾਂ। ਕੋਟੇਸ਼ਨ ਹੈ। ਕਹਾਣੀ ਕੋਰੇ ਵਾਂਗ ਹਾਲ ਵਿੱਚ ਬੈਠੇ ਹੋਏ ਲੋਕਾਂ ਦੇ ਵਜੂਦ ਤੇ ਉਤਰ ਰਹੀ ਸੀ। ਜਿੰਨੀ ਦੇਰ ਉਹ ਕਹਾਣੀ ਪੜ੍ਹਦਾ ਰਿਹਾ, ਪੂਰਾ ਹਾਲ ਕਿਸੇ ਸੀਤ ਦੀ ਕੁੰਡਲੀ ਵਿੱਚ ਆਇਆ ਹੋਇਆ ਸੀ। ਫਿਰ ਕਹਾਣੀ ਦੀ ਧੁੰਦ ਤੋਂ ਪਾਰ ਮੈਂ ਦੁੱਲੇ ਘੁਮਿਆਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਕਹਾਣੀ ਪੂਰੀ ਕਰਕੇ ਮੰਚ ਤੋਂ ਉਤਰਿਆ ਤੇ ਸਿੱਧਾ ਹਾਲ ਤੋਂ ਬਾਹਰ ਟੁਰ ਗਿਆ। ਹੁਣ ਸਿਰਫ ਸਦਾਰਤੀ ਖੁਤਬਾ ਰਹਿ ਗਿਆ ਸੀ। ਮੈਂ ਵੀ ਉਹਦੇ ਮਗਰ ਹਾਲ ਚੋਂ ਬਾਹਰ ਨਿਕਲ ਗਿਆ। ਇੱਕ ਪਾਸੇ ਖੜੇ ਤੇ ਉਹ ਕੰਡ ਕਰਕੇ ਬੈਠਾ ਹੋਇਆ ਸੀ। ਮੈਂ ਕੋਲ ਜਾ ਕੇ ਬਹਿ ਗਿਆ ਤੇ ਉਹਨੇ ਸਿਗਰਟ ਦਾ ਲੰਮਾ ਸਾਰਾ ਕੱਸ਼ ਲਿਆ। ਐਤਕੀ ਇਹ ਉਹਦੀ ਆਦਤ ਸੀ ਕਿ ਕਹਾਣੀ ਪੜ੍ਹਨ ਤੋਂ ਬਾਅਦ ਫੌਰਨ ਹੀ ਸਿਗਰਟ ਲਾ ਲੈਂਦਾ ਸੀ। ਉਹਦਾ ਕਹਿਣਾ ਸੀ ਕਿ ਔਖੀ ਤੋਂ ਔਖੀ ਕਹਾਣੀ ਦੇ ਕਿਰਦਾਰ ਕਹਾਣੀ ਤੋਂ ਬਾਅਦ ਸਿਰਫ 2 ਸਿਗਰਟਾਂ ਦੀ ਮਾਰ ਹੁੰਦੇ ਨੇ। ਮੈਨੂੰ ਯਕੀਨ ਹੈ ਇਸ ਗੱਲ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੋਵੇਗਾ। ਯਾਰ ਜਲਾਲੀ ਕਮਾਲ ਹੀ ਕਰ ਦਿੱਤਾ ਜੀ। ਪਤਾ ਹੈ ਉਹਨੇ ਖਤਮ ਹੁੰਦੇ ਸਿਗਰਟ ਨਾਲ ਦੂਜੀ ਸਿਗਰਟ ਲਾਉਂਦਿਆਂ ਕਿਹਾ, ਪਰ ਇਹ ਤੇਰੇ ਪੈਰ ਤੇ ਕੀ ਹੋਇਆ? ਉਹ ਯਾਰ ਬਸ ਮਿੱਟੀ ਗੋਂਦਿਆਂ ਵੱਜ ਗਈ ਕੋਈ ਸ਼ੈ। ਪਰ ਤੈਨੂੰ ਮਿੱਟੀ ਗੋਂਦ ਦੀ ਕੀ ਲੋੜ ਪੈ ਗਈ? ਯਾਰ ਉਹ ਦੁੱਲਾ ਘੁਮਿਆਰ ਹੈ ਨਾ, ਮਿੱਟੀ ਤੇ ਉਹ ਗੋ ਰਿਹਾ ਸੀ, ਮੈਂ ਤੇ ਬਸ ਵਜੂਦ। ਛੱਡ ਪਰੇ, ਤੂੰ ਨਹੀਂ ਸਮਝੇਗਾ। ਅੱਛਾ ਇਹ ਕਿਹੜਾ ਨਵਾਂ ਕਜ਼ੀਆ ਹੈ ਤੇਰਾ ਕਿ ਮੈਨੂੰ ਪਤਾ ਨਹੀਂ ਲੱਗੇਗਾ? ਯਾਰ ਇੱਕ ਤੇ ਅਜੀਬ ਪਾਤਰ ਨੇ ਐਤਕੀ। 1-2 ਸਿਗਰਟਾਂ ਨਾਲ ਇਹਨਾਂ ਧੂਆਂ ਦੇ ਕੀ ਹੋਣਾ ਹੈ? ਧੁਆਂਖੇ ਜਾਣ ਕਰਕੇ ਸਗੋਂ ਡਰਾਣੇ ਹੋ ਜਾਂਦੇ ਨੇ। ਜਲਾਲੀ ਨੇ ਖਿੱਚ ਕੇ ਆਖਰੀ ਦਮਾਂ ਤੇ ਆਇਆ ਸਿਗਰਟ ਨੇਰੇ ਵਿੱਚ ਉਛਾਲਿਆ ਤੇ ਮੇਰੇ ਮੋਢੇ ਦਾ ਸਹਾਰਾ ਲੈ ਕੇ ਉੱਠ ਖਲੋਤਾ। ਚੱਲ ਅੰਦਰ ਚਲੀਏ, ਸਦਰ ਦੀ ਬਕਵਾਸ ਮੁੱਕ ਗਈ ਹੋਣੀ ਹੈ। ਪਰ ਤੂੰ ਦੁੱਲੇ ਘੁਮਿਆਰ ਬਾਰੇ ਕੁਝ ਦੱਸਣਾ ਚਾਹ ਰਿਹਾ ਸੈਂ? ਉਹ ਯਾਰ ਦਫਾ ਕਰ। ਉਹਨੇ ਗੁੱਸੇ ਵਿੱਚ ਸਾਹਮਣੇ ਕੰਨ ਤੇ ਥੁੱਕ ਸੁੱਟੀ, ਹਲਕੀ ਪਿਆਜ਼ੀ ਜਿਹੀ ਥੁੱਕ। ਸ਼ਾਇਦ ਉਹਦੇ ਗਲੇ 'ਚੋਂ ਖੂਨ ਆ ਰਿਹਾ ਸੀ। ਨੈਕਸਟ ਪਲਾਟ। ਜੇ ਮੈਂ ਥੋੜਾ ਕੁ ਹੋਰ ਭੱਜ ਲੈਂਦਾ ਤੇ ਯਕੀਨ ਕਰੋ ਮੇਰੀ ਪਸਲੀ ਸਾਹ ਚੜਨ ਕਰਕੇ ਧੜਕ ਜਾਣੀ ਸੀ।
ਉਹ ਕਿਕਰਾਂ ਦੇ ਝੁੰਡ ਵਿੱਚ ਕਿਧਰੇ ਗਵਾਚ ਗਿਆ ਸੀ। ਬੰਦਾ ਨਾ ਹੋਇਆ, ਛਲੇਡਾ ਹੀ ਹੋ ਗਿਆ। ਫਿਰ ਅਚਨਚੇਤ ਮੈਨੂੰ ਯਾਦ ਆਇਆ ਕਿ ਸਮਾਨ ਤੇ ਮੈਂ ਅੱਡੇ ਵਿੱਚ ਹੀ ਛੱਡ ਆਇਆ। ਵਾਪਸ ਅੱਡੇ ਤੇ ਆਇਆ ਤੇ ਉਹਦਾ ਟਾਂਗਾ ਵੀ ਗਾਇਬ ਸੀ, ਪਰ ਮੇਰਾ ਅਣਧੋਤੇ ਕੱਪੜਿਆਂ ਦਾ ਬੈਗ ਉੱਥੇ ਹੀ ਪਿਆ ਸੀ। ਸਾਰੇ ਰਾਹ ਘੋੜੇ ਦੇ ਸੁੰਮ ਮੇਰੇ ਦਿਮਾਗ ਵਿੱਚ ਵੱਜਦੇ ਰਹੇ। ਮੈਂ ਇੱਕ ਵਾਰੀ ਫੇਰ ਸਾਰੇ ਵਕੂਏ ਤੇ ਨਜ਼ਰ ਦੌੜਾਈ। ਖਰੇ ਇੰਨੀ ਸਵੇਰੇ ਮੈਂ ਇਕੱਲੀ ਸਵਾਰੀ ਹੋਣ ਕਰਕੇ ਸਟੇਸ਼ਨ ਤੇ ਉਤਰਿਆ ਸਾਂ। ਡਿੱਗਦੇ ਹੋਏ ਕੋਰੇ ਦੀ ਫਿਕਰ ਮੈਨੂੰ ਫਟਾਫਟ ਹੀ ਸਟੇਸ਼ਨ ਦੇ ਮਗਰਲੇ ਟਾਂਗਿਆਂ ਦੇ ਅੱਡੇ ਤੇ ਲੈ ਗਈ। ਇੱਕ ਟਾਂਗੇ ਵਾਲੇ ਨੂੰ ਮੈਂ ਕਿਹਾ, ਚੱਲੇਗਾ ਸਾਲਮ ਹੀ? ਉਹਨੇ ਮੁੜ ਕੇ ਮੇਰੇ ਵੱਲ ਵੇਖਿਆ ਤੇ ਦੌੜ ਲਾ ਦਿੱਤੀ। ਮੈਂ ਉਹਨੂੰ ਰੋਕਣ ਲਈ ਮਗਰ ਦੌੜਿਆ, ਪਰ ਉਹ ਕਿਕਰਾਂ ਦੇ ਝੁੰਡ ਮਗਰ ਹੀ ਕਿਧਰੇ ਗਵਾਚ ਗਿਆ। ਉਹ ਜਲਾਲੀ ਹੀ ਸੀ, 100% ਜਲਾਲੀ। ਝਟਕੂ ਗੋਬ ਮਗਰੋਂ ਮੈਂ ਫਿਰ ਉਸੇ ਨਤੀਜੇ ਤੇ ਪੜ ਗਿਆ। ਲੋਡੇ ਵੇਲੇ ਉਹ ਮੇਰੇ ਸਾਹਮਣੇ ਬੈਠਾ ਸੀ, 65 ਸਾਲਾਂ ਦਾ ਜਲਾਲੀ, ਪੱਕਾ ਰੰਗ ਤੇ ਭਾਰਾ ਵਜੂਦ, ਹੋਠਾਂ ਦਾ ਰੰਗ ਪਾਨ ਦੀ ਆਦਤ ਕਰਕੇ ਵਿਚਕਾਰੋਂ ਲਾਲ ਤੇ ਵਿਰਾਛਾਂ ਕੋਲ ਜਾਂਦਿਆਂ ਐਡਾ ਗੂੜਾ ਕਿਰਮਚੀ ਹੋ ਜਾਂਦਾ ਕਿ ਕਾਲਕ ਝਲਕ ਮਾਰਨ ਲੱਗ ਪੈਂਦੀ। ਬੁਝੇ ਹੋਏ ਸਿਗਰਟ ਦੀ ਲਾਸ਼ ਸੱਜੇ ਹੱਥ ਦੀਆਂ ਉਂਗਲਾਂ ਵਿੱਚ ਠੰਡੀ ਹਾਲਤ ਵਿੱਚ ਫਸੀ ਹੋਈ ਸੀ। ਖੱਬੇ ਹੱਥ ਦੀਆਂ ਪੋਰਾਂ ਵਿੱਚੋਂ ਮਾਰੀ ਨੂੰ ਚਾਰੇ ਪਾਸਿਓਂ ਇੰਜ ਘੁਮਾ ਰਿਹਾ ਸੀ ਜਿਵੇਂ ਪਹਿਲੀ ਵਾਰੀ ਵੇਖੀ ਹੋਵੇ। ਕੁਝ ਚਿਰ ਮਗਰੋਂ ਭਾਬੀ ਚਾਹ ਪਕੌੜਿਆਂ ਦੀ ਟਰੇ ਵਿਚਾਲੇ ਰੱਖ ਗਈ। ਜਲਾਲੀ ਨੇ ਜੁੜੀਆਂ ਉਂਗਲਾਂ ਦੇ ਚੱਪੇ ਨਾਲ ਟਰੇ ਵੱਲ ਇਸ਼ਾਰਾ ਕੀਤਾ, ਜਿਵੇਂ ਚੁੱਪ ਨੂੰ ਛਿੱਬੀ ਦੇ ਰਿਹਾ ਹੋਵੇ। ਫਿਰ ਸਮਝ ਆ ਗਿਆ ਟਾਂਗੇ ਵਾਲੇ ਦਾ ਕਰੈਕਟਰ। ਮੈਂ ਤੰਜ਼ ਕੀਤਾ। ਜਵਾਬ ਵਿੱਚ ਉਹਨੇ ਸਿਰਫ ਨਾਂ ਵਿੱਚ ਸਿਰ ਹਿਲਾਇਆ। ਮੇਜ਼ ਥੱਲੋਂ ਡਸਟਬਿਨ ਚੁੱਕਿਆ ਤੇ ਖਾਦੇ ਹੋਏ ਪਾਨ ਦਾ ਮਲਬਾ ਮੂੰਹ ਚੋਂ ਲੁੱਦ ਛੱਡਿਆ। ਮੈਨੂੰ ਇਹ ਦੱਸ ਕਿ ਤੂੰ ਮੇਰੀ ਹਰ ਕਹਾਣੀ ਵਿੱਚ ਕਿੱਥੋਂ ਆ ਜਾਂਦਾ ਹੈ? ਤੇਰਾ ਦਿਮਾਗ ਖਰਾਬ ਹੈ? ਉਹ ਘਟੀਆ ਕਹਾਣੀਕਾਰਾ, ਮੈਂ ਤੇਰੀ ਕਹਾਣੀ ਵਿੱਚ ਨਹੀਂ ਆਂਦਾ, ਸਗੋਂ ਤੂੰ ਆਪਣੀ ਕਹਾਣੀ ਲੈ ਕੇ ਮੇਰੀ ਹਕੀਕਤ ਵਿੱਚ ਵੜ ਆਉਣਾ ਹੈ। ਮੈਂ ਖਿੱਚ ਗਿਆ। ਕਿਹਦੀ ਕਹਾਣੀ ਤੇ ਕਿਹਦੀ ਹਕੀਕਤ, ਇਹਦਾ ਫੈਸਲਾ ਤੂੰ ਇਕੱਲਾ ਕਿਵੇਂ ਕਰ ਸਕਦਾ ਹੈ? ਵਿਰਾਛਾ ਦਾ ਧੁਆਖਾਪਣ ਨਿੰਮੇ ਕੋ ਹਾਸੇ ਦੀ ਨੀਂਦ ਨਾਲ ਫੈਲ ਜਿਹਾ ਗਿਆ। ਮੈਂ ਸਿਰਫ ਸੰਗ ਵਿੱਚ ਪਕੌੜੇ ਨੂੰ ਚਾਹ ਦੀ ਸੁਰਖੀ ਦਾ ਧੱਕਾ ਹੀ ਲਾ ਸਕਿਆ, ਪਰ ਉਹ ਬੋਲਦਾ ਰਿਹਾ। ਤੈਨੂੰ ਪਤਾ ਹੈ ਟਾਂਗੇ ਘੋੜੇ ਦੀ ਵਾਗ ਵਿੱਚ ਕਿੰਨੀ ਕੁ ਲਚਕ ਹੁੰਦੀ ਹੈ? ਟਾਂਗੇ ਵਾਲਾ ਜਦੋਂ ਚੱਲਦੇ ਹੋਏ ਟਾਂਗੇ ਦੇ ਚੱਕੇ ਨਾਲ ਛਾਂਡੇ ਦੀ ਸੋਟੀ ਲਾਉਂਦਾ ਹੈ ਤਾਂ ਉਹਦੇ ਵਿੱਚੋਂ ਪੈਦਾ ਹੋਣ ਵਾਲੀ ਟਰਰ ਦੀ ਆਵਾਜ਼ ਕਾਰਨ ਹੱਥਾਂ ਨੂੰ ਕਿੰਜ ਦੀ ਕੰਬਣੀ ਮਹਿਸੂਸ ਹੁੰਦੀ ਹੈ। ਨਹੀਂ ਨਾ, ਕਿਉਂਕਿ ਤੂੰ ਕਹਾਣੀਕਾਰ ਨਹੀਂ ਹੈਗਾ। ਉਹਨੇ ਅਖੀਰੀ ਜੁਮਲੇ ਨੂੰ ਜ਼ੋਰ ਦਿੱਤਾ। ਪਰ ਸਭੇ ਕਹਾਣੀਕਾਰ ਤੇਰੇ ਵਾਂਗੂ ਬੇਰੂਪੀਏ ਨਹੀਂ ਹੁੰਦੇ। ਮੈਂ ਹਵਾ ਵਿੱਚ ਤੀਰ ਚਲਾਇਆ। ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤੇ ਉਸੇ ਤਰ੍ਹਾਂ ਲਿਖ ਸਕਣਾ ਜਿਵੇਂ ਲਿਖਣਾ। ਨਾਲੇ ਰੂਪ ਕਾਹਦਾ? ਪਾਗਲਖਾਨਿਆਂ ਰੂਪ ਨਹੀਂ, ਸਗੋਂ ਕਲਬੂਤ ਢਾਣਾ। ਇਸੇ ਰੂਹ ਨਾਲ ਮੈਂ ਟਾਂਗੇ ਘੋੜੇ ਵਾਲੇ ਦਾ ਰੂਪ ਨਹੀਂ, ਸਗੋਂ ਕਲਬੂਤ ਧਾਰਿਆ ਤੇ ਟਾਂਗਾ ਘੋੜਾ ਜੋੜਨਾ ਸਿੱਖਿਆ। ਮੈਂ ਰਾਜ ਮਿਸਰੀ ਦਾ ਰੂਪ ਹੰਡਾਇਆ ਤੇ ਗਿੱਲੀ ਇੱਟ ਦਾ ਭਾਰ ਤੋਲਣ ਜੋਗਾ ਹੋਇਆ। ਮੈਂ ਲਲਾਰੀ ਦਾ ਕਲਬੂਤ ਧਾਰਿਆ ਤੇ ਗਰਮ ਪਾਣੀ ਦੀ ਛਿੱਟ ਦਾ ਸਵਾਦ ਸਮਝਿਆ। ਤੂੰ ਝੂਠ ਬੋਲਣਾ ਹੈ। ਤੂੰ ਰਾਜ ਮਿਸਤਰੀ ਬਣਿਆ ਤੇ ਗਿੱਟੇ ਤੇ ਇੱਟ ਮਰਵਾਈ। ਦਲਾਰੀ ਬਣਿਆ ਤੇ ਸ਼ਲਵਾਰ ਦੇ ਰੰਗ ਤੋਂ ਕਰਨਲ ਦੀ ਬੀਵੀ ਕੋਲੋਂ ਚਪੇੜਾਂ ਖਾਧੀਆਂ। ਕੋਚਵਾਨ ਬਣਿਆ ਤੇ ਮੇਰੇ ਅੱਗੇ ਲੱਗ ਕੇ ਦੌੜਿਆ। ਕਾਹਦਾ ਕਲਬੂਤ? ਤੂੰ ਤੇ ਪੂਰਾ ਬਰੂਪੀਆ ਵੀ ਨਹੀਂ। ਚੱਲ ਛੱਡ ਯਾਰ, ਤੇਰੇ ਪੱਲੇ ਪੈਣ ਵਾਲੀ ਗੱਲ ਨਹੀਂ। ਉਹ ਇੰਜ ਮੁਸਕਰਾਇਆ ਜਿਵੇਂ ਮੈਨੂੰ ਬਾਲ ਸਮਝਦਾ ਹੋਵੇ। ਇਹ ਕੀ ਹੋਇਆ? ਮੇਰੀ ਨਜ਼ਰ ਉਹਦੇ ਖੱਬੇ ਹੱਥ ਦੀ ਵਿਚਲੀ ਉਂਗਲੀ ਤੇ ਪਈ, ਜਿਹਦੀ ਪਹਿਲੀ ਪੋਰ ਤੇ ਪਲਾਸਟਰ ਦੀ ਚੇਪੀ ਲੱਗੀ ਹੋਈ ਸੀ। ਕੁਝ ਨਹੀਂ, ਉਹਨੇ ਹੱਸਦੇ ਨੇ ਪਲਾਸਟਰ ਦੀ ਚੇਪੀ ਲਾਈ ਤੇ ਵੇਖ ਕੇ ਮੇਰੇ ਲੂੰ ਕੰਡੇ ਖਲੋ ਗਏ। ਇਹ ਕੀ ਹੋਇਆ? ਉਂਗਲੀ ਦੇ ਨੋਹ ਦੇ ਉਤਲੇ ਪਾਸੇ ਠੀਕ ਵਿਚਕਾਰੋਂ ਪਾੜ ਪਿਆ ਹੋਇਆ ਸੀ। ਤਾਰ ਫਿਰ ਗਈ ਯਾਰ। ਉਹਨੇ ਇੰਜ ਜਵਾਬ ਦਿੱਤਾ ਜਿਵੇਂ ਨੀਂਦਰ ਵਿੱਚ ਬੋਲ ਰਿਹਾ ਹੋਵੇ। ਤਾਰ ਫਿਰ ਗਈ? ਕਿਹੜੀ ਤਾਰ? ਸਰੰਗੀ ਦੀ। ਉਹ ਕਿਉਂ? ਉਹ ਪਾਤਰ ਵਾਲੀ ਮੁਸੀਬਤ। ਤੈਨੂੰ ਪਤਾ ਹੈ ਸਰੰਗੀ ਨਵਾਜ਼ ਪੱਤਰੀ ਤੇ ਸੁਰ ਲਈ ਤਾਰ ਨੂੰ ਇੱਥੋਂ ਦਮਾਂਦਾ ਹੈ। ਉਹਨੇ ਉਂਗਲੀ ਮੋੜ ਕੇ ਨੋਹ ਦਾ ਬਿਲਕੁਲ ਉਤਲਾ ਪਾਸਾ ਵਿਖਾਉਂਦਿਆਂ ਗੱਲ ਜਾਰੀ ਰੱਖੀ। ਬਸ ਕਿਸੇ ਵੇਲੇ ਤਾਰ ਨੋਹ ਨੂੰ ਪਾੜ ਕੇ ਵਿੱਚੋਂ ਲੰਘ ਜਾਂਦੀ ਹੈ। ਇਸ ਲਈ ਸਰੰਗੀ ਨਵਾਜ਼ ਦਾ ਪਾਤਰ ਹੰਡਾਉਣ ਲਈ ਉਂਗਲੀ ਨੂੰ ਇਸ ਟੀਸ ਚੋਂ ਲੰਘਾਉਣਾ ਜ਼ਰੂਰੀ ਸੀ। ਮੈਨੂੰ ਉਹਦੇ ਪਾਗਲਪਨ ਤੇ ਹੈਰਤ ਹੋਈ ਤੇ ਗੁੱਸਾ ਵੀ ਆਇਆ। ਅੱਛਾ, ਫਿਰ ਲਿਖ ਲਿਆ ਤੂੰ ਸਰੰਗੀ ਨਵਾਜ਼ ਦਾ ਕਿਰਦਾਰ? ਨਹੀਂ। ਉਹ ਕਿਉਂ? ਯਾਰ, ਇੱਕ ਬਜ਼ੁਰਗ ਸਰੰਗੀ ਨਵਾਜ਼ ਦੇ ਇੱਕੋ ਜੁਮਲੇ ਨੇ ਮੇਰੀ ਕਹਾਣੀ ਤਬਾਹ ਕਰ ਦਿੱਤੀ। ਉਹ ਕਿਸ ਤਰ੍ਹਾਂ? ਮੈਨੂੰ ਅਫਸੋਸ ਹੋਇਆ। ਮੈਂ ਜਦੋਂ ਉਂਗਲੀ ਦੇ ਨੋਹ ਨੂੰ ਤਾਰ ਦੀ ਟੀਸ ਚੋਂ ਗੁਜ਼ਾਰ ਲਿਆ ਤੇ ਬੁੱਢਾ ਸਰੰਗੀ ਨਵਾਜ਼ ਕਹਿਣ ਲੱਗਾ, ਕਿਹੜੀ ਟੀਸ? ਮੈਨੂੰ ਤੇ ਲੋਕੀ ਦੱਸਦੇ ਨੇ ਕਿ ਪੱਤਰੀ ਖੂਨ ਨਾਲ ਰੱਤੀ ਹੋ ਗਈ ਹੈ। ਮਤਲਬ ਟੀਸ ਦੀ ਤੇ ਗੱਲ ਹੀ ਨਹੀਂ ਸੀ।
ਗੱਲ ਸੁਰ ਦੇ ਉਸ ਅਹਿਸਾਸ ਦੀ ਸੀ ਜੋ ਨਹੁੰ ਦੀ ਟੀਸ ਕੋਲੋਂ ਜਿੱਤ ਜਾਂਦੀ ਹੈ। ਕਿਸੇ ਚੰਗੇ ਜਿਹੇ ਡਾਕਟਰ ਕੋਲੋਂ ਪੱਟੀ ਕਰਾ, ਜ਼ਖਮ ਖਰਾਬ ਨਾ ਹੋ ਜਾਏ। ਮੈਂ ਇੱਕ ਵਾਰੀ ਫੇਰ ਉਹਦੇ ਹੱਥ ਵੱਲ ਧਿਆਨ ਮਾਰਿਆ ਤੇ ਮੇਰੀ ਨਜ਼ਰ ਉਹਦੇ ਹੱਥ ਵਿੱਚ ਇੱਕ ਹੋਰ ਤਬਦੀਲੀ ਤੇ ਅੜ ਗਈ। ਇਹ ਕਿਹੜੀ ਦੀ ਤਬਦੀਲੀ ਹੈ? ਜਲਾਲੀ ਵਰਗੇ ਬੰਦੇ ਦਾ ਕੋਈ ਕੰਮ ਬਗੈਰ ਕਿਸੇ ਮਤਲਬ ਤੋਂ ਨਹੀਂ ਹੁੰਦਾ। ਮੈਨੂੰ ਇਹ ਤਬਦੀਲੀ ਹਮੇਸ਼ਾ ਵਾਂਗ ਅਜੀਬ ਲੱਗੀ। ਉਹਨੇ ਸੱਜੇ ਹੱਥ ਦੀ ਚੀਚੀ ਦਾ ਨਹੁੰ ਕਾਫੀ ਸਾਂਭ ਸੰਭਾਲ ਕੇ ਵਧਾਇਆ ਹੋਇਆ ਸੀ। ਨੈਕਸਟ ਪਲਾਟ। ਚੁਫੇਰੇ ਦੀ ਉਦਾਸੀ ਲਈ ਛੋਟੀ ਇੱਟ ਦਾ ਆਲ ਦੁਆਲਾ ਹੀ ਬਥੇਰਾ ਹੁੰਦਾ ਹੈ। ਚਾਰ ਚੁਫੇਰੇ ਦੀਆਂ ਅੱਧ ਕੱਟੀਆਂ ਕੰਧਾਂ ਦੇ ਦੰਦ ਦੱਸਦੇ ਸਨ ਕਿ ਮੈਂ ਜਿਸ ਵਿਹੜੇ ਵਿੱਚ ਖਲੋਤਾ ਸਾਂ ਉੱਥੇ ਵੀ ਕਦੀ ਕਮਰਾ ਹੋਵੇਗਾ। ਥੋੜਾ ਚਿਰ ਪਹਿਲੇ ਮੈਂ ਪਰਨਾਲੇ ਦੇ ਗੰਦੇ ਪਾਣੀ ਨਾਲ ਸਿੱਲੀਆਂ ਤੇ ਹਨੇਰੇ ਨਾਲ ਲਿਬੜੀਆਂ ਹੋਈਆਂ ਪੌੜੀਆਂ ਚੜ੍ਹ ਕੇ ਇਸ ਮਕਾਨ ਦੀ ਉਤਲੀ ਮੰਜ਼ਲ ਤੇ ਆਇਆ ਸਾਂ। ਬੂਹਾ ਖੜਕਾਇਆ ਤੇ ਅਜੀਬ ਜਿਹੇ ਪਾਤਰ ਨੇ ਬੂਹਾ ਖੋਲਿਆ। ਠੋਡੀ ਤੇ ਵਧੀ ਹੋਈ ਸ਼ੇਵ ਪਰ ਜ਼ਨਾਨਾ ਕੱਪੜੇ, ਸਿਰ ਤੇ ਦੁਪੱਟਾ, ਗੁਲਾਬੀ ਰੰਗ ਦੀ ਲਿਪਸਟਿਕ, ਇੱਕ ਹੱਥ ਵਿੱਚ ਮੋਚਨਾ ਸ਼ੀਸ਼ਾ ਤੇ ਦੂਜੇ ਹੱਥ ਨਾਲ ਉਹਨੇ ਬੂਹੇ ਦੀ ਕੁੰਡੀ ਖੋਲਦਿਆਂ ਪੁੱਛਿਆ, ਸਦਕੇ ਜਾਵਾਂ, ਕਿਹਨੂੰ ਮਿਲਣਾ ਜੇ? ਮੈਂ ਇਸ ਕਿਸਮ ਦੇ ਮਾਹੌਲ ਲਈ ਬਿਲਕੁਲ ਤਿਆਰ ਨਹੀਂ ਸਾਂ। ਮੇਰੇ ਮੂੰਹ ਚੋਂ ਬਸ ਇੰਨਾ ਹੀ ਨਿਕਲਿਆ, ਜੀ ਉਹ ਜਲਾਲੀ, ਉਹ ਅੱਛਾ ਲੰਘ ਆਓ। ਕੌਣ ਹੈ? ਪਿੱਛੋਂ ਇੱਕ ਮਰਦਾਨਾ ਤੇ ਜ਼ਨਾਨਾ ਲਹਿਜਾ ਰਲਾ ਕੇ ਕਿਸੇ ਨੇ ਪੁੱਛਿਆ। ਜਲਾਲੀ। ਬੂਹਾ ਖੋਲਣ ਵਾਲੇ ਨੇ ਤੰਜ਼ ਕੀਤਾ ਤੇ ਫਿਰ ਮੇਰੇ ਵੱਲ ਮੂੰਹ ਕਰਕੇ ਆਖਣ ਲੱਗਾ, ਤੁਹਾਡੇ ਜਲਾਲੀ ਨੇ ਜੀਮ ਕਟਾ ਲਈ ਹੈ, ਹੁਣ ਉਹ ਸਿਰਫ ਲਾ ਲਈ ਹੈ। ਨਹੀਂ, ਉਹਨੂੰ ਅੰਦਰ ਤੇ ਸ਼ਮਾ ਭਰਨ ਦੇ। ਇੱਕ ਸਿਆਣੀ ਜੀ ਆਵਾਜ਼ ਨੇ ਮੇਰੇ ਲਈ ਅੰਦਰ ਜਾਣ ਦਾ ਰਸਤਾ ਖੋਲ ਦਿੱਤਾ। ਮੈਂ ਪੁਰਾਣੀਆਂ ਤੇ ਵੰਨ ਸਵੰਨੀਆਂ ਜਨਾਨੀਆਂ ਵਿਗਾ, ਨੱਚਣ ਵਾਲੇ ਘੁੰਗਰੂ, ਕੱਪੜੇ ਵਿੱਚ ਬਚਿਆ ਹਾਰਮੋਨੀਅਮ, ਕੰਧ ਨਾਲ ਖਲੋਤੀ ਢੋਲਕੀ, ਲੱਤਾਂ ਖਿਲਾਰ ਕੇ ਬੈਠੇ ਹੋਏ ਕੁਰਸੀਆਂ ਵਿੱਚੋਂ ਲੰਘ ਕੇ ਕਮਰੇ ਦੇ ਦੂਜੇ ਪਾਸੇ ਵਿਹੜੇ ਵਿੱਚ ਨਿਕਲ ਗਿਆ, ਜਿੱਥੇ ਬੈਠ ਦੀ ਕੁਰਸੀ ਤੇ ਮੈਨੂੰ ਬਿਠਾ ਕੇ ਦੱਸ ਦਿੱਤਾ ਗਿਆ ਕਿ ਜਲਾਲੀ ਹੁਣੇ ਆ ਜਾਂਦਾ ਹੈ। ਪਿਛਲੇ 10 ਮਿੰਟਾਂ ਤੋਂ ਮੈਂ ਇਸੇ ਵਿਹੜੇ ਵਿੱਚ ਮੌਜੂਦ ਹਾਂ। ਇੱਕ ਪਾਸੇ ਬਿਜਲੀ ਦੇ ਖੰਭਿਆਂ ਦੇ ਸਨ ਵਿੱਚ ਲਮਕਦੇ ਹੋਏ ਤਾਰਿਆਂ ਦੇ ਜਾਲ ਵਿੱਚੋਂ ਥੱਲੇ ਬਾਜ਼ਾਰ ਵਿੱਚ ਝਾਤੀ ਮਾਰਨ ਜੋਗੀ ਥਾਂ ਮੌਜੂਦ ਹੈ। ਥੱਲੇ ਬਹੁਤ ਸੰਘਣਾ ਬਾਜ਼ਾਰ ਹੈ। ਇੱਕ ਹੱਥ ਗੱਡੀ ਵਾਲੇ ਨੇ ਸਾਰੀ ਟ੍ਰੈਫਿਕ ਫਸਾਈ ਹੋਈ ਹੈ। ਸਾਹਮਣੇ ਮੁਰਗੀ ਵਾਲੇ ਦੀ ਦੁਕਾਨ ਹੈ। ਝੱਟ ਕੋ ਮਗਰੋਂ ਉਹ ਇੱਕ ਮੁਰਗੀ ਫੜਦਾ ਹੈ ਤੇ ਉਹਨੂੰ ਛੁਰੀ ਫੇਰ ਕੇ ਅੱਧ ਕੱਟੇ ਸੰਗ ਨਾਲ ਤੜਫਣ ਲਈ ਕੋਲ ਪੇ ਡਰਮ ਵਿੱਚ ਸੁੱਟ ਦਿੰਦਾ ਹੈ। ਜੀ ਚਾਹ। ਇੱਕਦਮ ਸਾਰਾ ਮੰਜ਼ਰ ਮੇਰੀ ਅੱਖ ਦੀ ਪੁਤਲੀ ਤੇ ਤਿੜਕ ਗਿਆ। ਮੈਂ ਘੁੰਮ ਕੇ ਵੇਖਿਆ ਤੇ ਇੱਕ ਬਹੁਤ ਹੀ ਮਾਸੂਮ ਜਿਹਾ ਚਿਹਰਾ ਮੁਸਕਰਾ ਰਿਹਾ ਸੀ। ਜੇ ਉਹ ਬੋਲਦਾ ਨਾ ਤੇ ਮੈਂ ਉਹਨੂੰ ਕੁੜੀ ਹੀ ਸਮਝਦਾ। ਮੈਂ ਉਹਦੇ ਮਲੂਕ ਹੱਥਾਂ ਕੋਲੋਂ ਚਾਹ ਦਾ ਚਿੱਟਾ ਖਮੂਰ ਮੱਗ ਫੜ ਲਿਆ। ਸਵੇਰ ਦੀ ਚਾਹ ਹੀ ਨਹੀਂ ਸੀ ਲੱਭੀ। ਮੈਨੂੰ 2 ਦਿਨ ਪਹਿਲੇ ਜਲਾਲੀ ਦੀ ਘਰਵਾਲੀ ਦੀ ਕਾਲ ਆਈ ਸੀ ਕਿ ਜਲਾਲੀ ਦਾ ਕੁਝ ਪਤਾ ਨਹੀਂ। ਜਾਂਦੀ ਵਾਰੀ ਇਹੋ ਦੱਸ ਕੇ ਗਿਆ ਸੀ ਕਿ ਕਿਸੇ ਯਾਤਰਾ ਤੇ ਚੱਲਿਆ ਹੈ। ਪਹਿਲੇ ਵੀ ਇੰਜ ਕਹਿ ਕੇ ਚਲਾ ਜਾਂਦਾ ਸੀ ਤੇ ਫਿਰ ਉਹਦਾ ਕਈ ਦਿਨ ਪਤਾ ਨਹੀਂ ਸੀ ਲੱਗਦਾ। ਭਾਬੀ ਨੂੰ ਵੀ ਏਡੀ ਔਕੜ ਨਾ ਹੁੰਦੀ ਕਿ ਜਲਾਲੀ ਭੋਏ ਭਾਂਡੇ ਵੱਲੋਂ ਠੀਕ ਸੀ, ਲੰਮਾ ਚੌੜਾ ਕਰਾਇਆ ਆਉਂਦਾ ਸੀ। ਮੈਂ ਭਾਬੀ ਨੂੰ ਤਸੱਲੀ ਦਿੱਤੀ ਕਿ ਚਲਾ ਗਿਆ ਹੋਣਾ ਹੈ ਕਿਸੇ ਕਹਾਣੀ ਦੇ ਕਿਰਦਾਰ ਨੂੰ ਲੱਭਣ। ਪਹਿਲੇ ਵੀ ਇੱਕ ਵਾਰੀ ਉਹ ਕਈ ਮਹੀਨਿਆਂ ਲਈ ਗਵਾਚ ਗਿਆ ਸੀ ਤੇ ਕਿਸੇ ਦੋਸਤ ਨੇ ਦੱਸਿਆ ਕਿ ਉਹ ਅੰਦਰੂਨ ਸਿੰਧ ਦੇ ਕਿਸੇ ਬਾਜ਼ਾਰ ਤੇ ਮਲੰਗਾਂ ਨਾਲ ਮਲੰਗ ਹੋਇਆ ਫਿਰਦਾ ਹੈ। ਫਿਰ ਉਹ ਆਪੇ ਹੀ ਮੁੜ ਵੀ ਆਇਆ। ਇਸ ਵਾਰੀ ਵੀ ਸਵੇਰੇ ਉਹਦੀ ਕਾਲ ਆਈ। ਉਹਨੇ ਪਹਿਲੇ ਹੀ ਘਰਵਾਲੀ ਦਾ ਹਾਲ ਪੁੱਛਿਆ ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਹੀ ਦੱਸ ਸਕਣਾ। ਮੈਂ ਤਸੱਲੀ ਤੇ ਦਿੱਤੀ ਪਰ ਨਾਲ ਹੀ ਗਾਲਾਂ ਵੀ ਕੱਢੀਆਂ। ਜਵਾਬ ਵਿੱਚ ਉਹਨੇ ਇੰਨਾ ਹੀ ਕਿਹਾ, ਐਡਰੈਸ ਮੈਂ ਤੈਨੂੰ ਮੈਸੇਜ ਤੇ ਕਰ ਦਿੱਤਾ ਹੈ, ਮਿਲਣਾ ਹੀ ਤੇ ਇੱਥੇ ਪਹੁੰਚ ਜਾ। ਦੇਰ ਹੋ ਗਈ ਤੇ ਫੇਰ ਨਾ ਆਖੀ। ਇੰਜ ਦੀ ਤੜੀ ਉਹਨੇ ਪਹਿਲੇ ਕਦੀ ਨਹੀਂ ਸੀ ਲਾਈ। ਬੜਾ ਅਜੀਬ ਕਹਾਣੀਕਾਰ ਹੈ। ਹਮੇਸ਼ਾ ਆਪਣੇ ਕਿਰਦਾਰ ਨਾਲ ਕਿਰਦਾਰ ਹੋ ਜਾਂਦਾ ਹੈ। ਅਖੇ ਕਿਰਦਾਰ ਜੇ ਆਪਣੇ ਲਹੂ ਤੇ ਨਾਲ ਪਾਲਣਾ ਹੋਵੇ ਤੇ ਉਹਦੀਆਂ ਜੜ੍ਹਾਂ ਕਹਾਣੀਕਾਰ ਦੀ ਜ਼ਾਤ ਦੇ ਅੰਦਰ ਕਿਧਰੇ ਹੋਣੀਆਂ ਚਾਹੀਦੀਆਂ। ਮੈਂ ਚਾਹ ਦਾ ਮੱਗ ਲੈ ਕੇ ਵਿਹੜੇ ਵਿੱਚ ਟਹਿਲਣ ਲੱਗ ਪਿਆ। ਚਾਹ ਦੇ ਘੁੱਟ ਨਾਲ ਹੀ ਚੀਚੀ ਦਾ ਵਧਿਆ ਹੋਇਆ ਨਹੁੰ ਮੇਰੇ ਖਿਆਲ ਦੀਆਂ ਰਗਾਂ ਨੂੰ ਅੰਦਰੋਂ ਖੁਰਚਣ ਲੱਗ ਪਿਆ। ਚਾਹ ਠੀਕ ਹੈ। ਮੈਂ ਉਛਲ ਕੇ ਕੰਡ ਵੱਲੋਂ ਆਉਂਦੀ ਆਵਾਜ਼ ਵੱਲ ਮੁੜਿਆ। ਇਹ ਜਲਾਲੀ ਦੀ ਆਵਾਜ਼ ਸੀ। ਪਰ ਇਹ ਕੌਣ ਹੈ? ਅਗਲੇ ਹੀ ਲਮੇ ਮੈਂ ਉਹਨੂੰ ਸਿਆਣ ਲਿਆ। ਲਾਲ ਗੋਟੇ ਵਾਲਾ ਜ਼ਨਾਨਾ ਸੂਟ, ਲਾਲ ਧਾਰੀਦਾਰ ਦੁਪੱਟਾ, ਲੰਮੇ ਸੁਨਹਿਰੀ ਵਾਲਾਂ ਵਾਲੀ ਵਿਗ, ਕਿਰਮਚੀ ਨੇਲ ਪਾਲਿਸ਼, ਪੈਰਾਂ ਵਿੱਚ ਜ਼ਨਾਨਾ ਖੁੱਸਾ, ਅੱਖਾਂ ਵਿੱਚ ਕਜਲਾ, ਗੂੜੇ ਲਾਲ ਰੰਗ ਦੀ ਲਿਪਸਟਿਕ। ਮੇਰੇ ਸਾਹਮਣੇ ਜਲਾਲੀ ਹੋਰ ਰੂਪ ਵਿੱਚ ਖੜਾ ਸੀ। 65 ਸਾਲਾਂ ਵਿੱਚ ਪੱਕੇ ਰੰਗ ਦੇ ਜਲਾਲੀ ਨੇ ਮੈਨੂੰ ਥੋੜੀ ਦੇਰ ਲਈ ਸੁੰਨ ਕਰ ਦਿੱਤਾ। ਉਹਦੀ ਅੱਖਾਂ ਨੇ ਦੱਸਿਆ ਕਿ ਉਹ ਵੀ ਕਿਸੇ ਇਮਤਿਹਾਨ ਚੋਂ ਲੰਘ ਰਿਹਾ ਹੈ। ਇਹ ਕੀ ਨਵਾਂ ਪਾਤਰ?
ਹੁਣ ਮੈਂ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਸਾਂ। ਜਵਾਬ ਵਿੱਚ ਉਹਨੇ ਸਿਰਫ ਨਾਮ ਵਿੱਚ ਸਿਰ ਹਿਲਾਇਆ। ਇਸ ਪਾਤਰ ਦੀ ਕਹਾਣੀ ਕਦੋਂ ਕਿਤੇ ਲਿਖੀ ਜਾਏਗੀ? ਨਹੀਂ, ਕੋਈ ਪਾਤਰ ਨਹੀਂ, ਇਹ ਮੈਂ ਆਪ ਹਾਂ, ਬਿਲਕੁਲ ਖਾਲਸ। ਤੇ ਉਹ ਜਲਾਲੀ ਕਹਾਣੀਕਾਰ, ਮੈਨੂੰ ਲੱਗਾ ਗੱਲ ਮੇਰੇ ਵੱਸੋਂ ਹੁਣ ਨਿਕਲ ਰਹੀ ਹੈ। ਉਹ ਜਲਾਲੀ ਇੱਕ ਰੱਦੀ ਹੋਈ ਕਹਾਣੀ ਦਾ ਚਲਾਕ ਪਾਤਰ, ਬਸ 2 ਸਿੱਟਾਂ ਦੀ ਮਾਰ, ਅੱਗੇ ਲੱਗ ਕੇ ਨਸੇਗਾ ਨਹੀਂ। ਮੈਂ ਇੱਕ ਹੋਰ ਸਵਾਲ ਪੁੱਛਿਆ। ਨਹੀਂ, ਉਦੋਂ ਮੈਂ ਆਪਣੀ ਰੂਹ ਨੂੰ ਲੈ ਕੇ ਕਲਬੂਤ ਬਦਲਦਾ ਸੀ, ਤੇ ਹੁਣ ਮੈਂ ਕਲਬੂਤ ਵਿੱਚੋਂ ਰੂਹ ਬਦਲੀ ਹੈ। ਇਸ ਤੋਂ ਅੱਗੇ ਕਿੱਥੇ ਨਸਾਂ? ਵਾਪਸੀ ਸਵਾਲ ਕਰਕੇ ਮੈਂ ਫਜ਼ਾ ਵਿੱਚ ਘੂਰਨ ਲੱਗ ਪਿਆ। ਕੋਈ ਜਵਾਬ ਨਹੀਂ ਆਇਆ। ਜਲਾਲੀ ਜਾ ਚੁੱਕਿਆ ਸੀ। ਥੱਲੇ ਬਾਜ਼ਾਰ ਵਿੱਚੋਂ ਜਿਵੇਂ ਦੁੱਲਾ ਧਮਿਆਰ ਵਾਲਾ ਲਾਂਦਾ ਲੰਘ ਰਿਹਾ ਸੀ। ਠੀਕਰਾ ਲੈ ਲਓ, ਠੀਕਰਾ। ਮੈਂ ਬਾਜ਼ਾਰ ਵੱਲ ਝਾਕਿਆ, ਉੱਥੇ ਕੁਝ ਨਹੀਂ ਸੀ। ਸਾਹਮਣੇ ਮੁਰਗੀ ਵਾਲੇ ਨੇ ਛੁਰੀ ਫੇਰੀ ਤੇ ਮੁਰਗੀ ਡਰਮ ਵਿੱਚ ਸੁੱਟ ਦਿੱਤੀ। ਪਹਿਲੀ ਵਾਰੀ ਮੈਂ ਵਿਹੜੇ ਵਿੱਚ ਖੁਸਰਿਆਂ ਦੇ ਕਮਰੇ ਵੱਲ ਕਦਮ ਪੱਟੇ। ਅੰਦਰ ਝਾਤ ਮਾਰੀ ਤੇ ਜਲਾਲੀ ਕਮਰੇ ਵਿੱਚ ਜ਼ਮੀਨ ਤੇ ਬੈਠਾ ਹੋਇਆ ਸੀ। ਉਹਦੇ ਤੇ ਗੋਟੇਦਾਰ ਚੁੰਨੀ ਲਈ ਹੋਈ ਸੀ। ਫਿਰ ਇੱਕ ਬਜ਼ੁਰਗ ਖੁਸਰਾ ਉੱਠ ਖਲੋਤਾ। ਅਸਲਾਮ ਅਲੈਕੁਮ ਮਾਈਓ, ਮੈਂ ਗੱਲ ਕਰ ਰਹੀ ਹਾਂ ਸੈਦਾ, ਪਿੰਡੀ ਭੱਟੀਆਂ ਵਾਲੀ, ਤਰਨੌਲ ਵਾਲੀ, ਹੁਸ਼ਿਆਰਪੁਰ ਵਾਲੀ, ਆਪਣੇ ਘਰ ਦੀ ਨਾਇਕ ਸਰਦਾਰ ਆਨਾ ਸ਼ਾਨਾ ਵਾਲੀ, ਮਾਈ ਹਾਜਨ ਦੇ ਘਰੋਂ, ਮਾਈ ਸਰਦਾਰਾਂ ਦੇ ਘਰੋਂ, ਪੁਰਾਣੀ ਬਸਤੀ ਦਾ ਹਿਜੜਾ, ਖਾਰਾ ਪੀਲਾ ਬਾਬੇ ਸ਼ਰੀਫ ਕਿਆਂ ਦਾ। ਇਹ ਮੂਰਤ ਬੈਠੀ ਹੈ ਲਾਲੀ, ਬੱਦੇ ਸ਼ਰੀਕੇ ਦੇ ਨਾਲ ਇਹਨੂੰ ਮੈਂ ਕਪੜਾ ਦੇ ਰਹੀ ਹਾਂ ਆਪਣੇ ਨਾਮ ਦਾ। ਜਿਹਦਾ ਵੀ ਉਹਦੇ ਤੇ ਕੁਝ ਬਣਦਾ ਹੋਇਆ, ਲਾਇਆ ਹੋਇਆ, ਲੱਛਣ ਹੋਇਆ, ਕੋਈ ਕਲਾਮ ਹੋਈ, ਮਾਈਓ ਮੈਂ ਹੱਥ ਬੰਨ੍ਹ ਕੇ ਪੇਸ਼ ਹੋ ਜਾਵਾਂਗੀ। ਇਹਦੇ ਨਾਲ ਕਿਸੇ ਨੇ ਗੱਲ ਨਹੀਂ ਕਰਨੀ। ਮੈਂ ਬੈਠੀ ਹਾਂ ਇਹਦੀ ਮਾਲਕ। ਇਹ ਮਾਈਓ ਮੈਂ ਇਹਨੂੰ ਸੋਨੇ ਦੀ ਛਾਪ ਦੇ ਰਹੀ ਹਾਂ, ਨਾਲ ਸੋਨੇ ਦੀ ਨਥਲੀ ਪਾ ਰਹੀ ਹਾਂ, ਨਾਲ 12 ਸੂਟ ਦੇ ਰਹੀ ਹਾਂ, ਨਾਲ ਮੈਂ ਇਹਨੂੰ ਬਿਸਤਰਾ ਦੇ ਰਹੀ ਹਾਂ, ਚੂੜੀਆਂ ਦੇ ਪੈਸੇ ਵੱਖਰੇ ਦੇ ਰਹੀ ਹਾਂ, ਤੇ ਮਾਰੋ ਮੀਆਂ ਤਾੜੀ। ਮਾਹੌਲ ਬਦਲਾ ਦਿੱਤਾ। ਕਹਾਣੀ ਤੁਸੀਂ ਸੁਣੀ ਹੈ ਸਭ ਨੇ, ਤੇ ਹੁਣ ਇਹਦੇ ਤੇ ਆਪਣੀ ਤੁਸੀਂ ਰਾਏ ਦਿਓ।